ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਦੇ ਸਿਧਾਂਤ ਅਨੁਸਾਰ ਜਦੋਂ ਪੂਰਬਲੇ ਜਨਮਾਂ ਦਾ ਅੰਕੁਰ ਫੁੱਟਦਾ ਹੈ, ਉਦੋਂ ਨਾਮ ਰਸਿਕ ਬੈਰਾਗੀ ਪੁਰਸ਼ਾਂ ਦਾ ਮੇਲ ਹੁੰਦਾ ਹੈ, ਜਿਸ ਦੇ ਫਲਸਰੂਪ ਕਈ ਜਨਮਾਂ ਤੋਂ ਅਗਿਆਨਤਾ ਵਿੱਚ ਸੁੱਤੀ ਹੋਈ ਬਿਰਤੀ ਜਾਗ ਪੈਂਦੀ ਹੈ। ਮਹਾਂਪੁਰਖਾਂ ਦੇ ਜੀਵਨ ਪ੍ਰਸੰਗ ਜਗਿਆਸੂਆਂ ਦੇ ਲਈ ਚਾਨਣ ਮੁਨਾਰੇ ਦਾ ਕੰਮ ਕਰਦੇ ਹਨ, ਜਿਨ੍ਹਾਂ ਨੂੰ ਪੜ੍ਹਦਿਆਂ ਸੁਣਦਿਆਂ ਕਈ ਪ੍ਰਸੰਗਾਂ ਦੇ ਵਿੱਚੋਂ ਐਸੇ ਪ੍ਰੇਮ ਦੇ ਬਾਣ ਲੱਗਦੇ ਹਨ ਜੋ ਜਗਿਆਸੂਆਂ ਦੇ ਕਲੇਜੇ ਵਿੰਨ੍ਹ ਜਾਂਦੇ ਹਨ। ਹਿਰਦੇ ਦੇ ਵਿੱਚ ਪ੍ਰੀਤ ਦੀ ਪੂੰਜੀ ਪ੍ਰਾਪਤ ਹੋ ਜਾਂਦੀ ਹੈ ਅਤੇ ਜੀਵਨ ਦੇ ਵਿੱਚ ਭਾਰੀ ਪਲਟਾਅ ਆ ਜਾਂਦਾ ਹੈ। ਰਾਮ ਦੀ ਦੁਹਾਈ ਦੇਣ ਦੀ ਜਾਂਚ ਆ ਜਾਂਦੀ ਹੈ, ਜੋ ਸੰਤ ਮੰਡਲ ਦੇ ਦਰਸ਼ਨ ਕਰਾਉਂਦੀ ਹੈ, ਆਪਣੇ ਨਿੱਜ ਦੇ ਸਰੂਪ ਦੇ ਵਿੱਚ ਸਮਾਉਂਦੀ ਹੈ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਨਾਮ ਦੀ ਅਜਿਹੀ ਘਾਲ ਨੂੰ ਸਫਲ ਕੀਤਾ ਅਤੇ ਆਪ ਜਪੈ ਅਵਰਹਿ ਨਾਮ ਜਪਾਵੈ ਦੇ ਮਹਾਂਵਾਕਾਂ ਨੂੰ ਵਿਹਾਰਕ ਤੌਰ 'ਤੇ ਸਿੱਧ ਕੀਤਾ, ਉਹਨਾਂ ਦੇ ਵਿੱਚੋਂ ਸੰਤ ਬਾਬਾ ਅਜੀਤ ਸਿੰਘ ਜੀ ਨੱਥਲਪੁਰ ਵਾਲਿਆਂ ਦਾ ਨਾਮ ਬੜੇ ਹੀ ਪਿਆਰ ਨਾਲ ਲਿਆ ਜਾਂਦਾ ਹੈ। ਸੰਤ ਬਾਬਾ ਅਜੀਤ ਸਿੰਘ ਜੀ ਕਹਿਣੀ ਤੇ ਕਥਨੀ ਵਾਲੇ ਗੁਰਮੁਖ ਪਿਆਰੇ ਸਨ। ਜਦੋਂ ਆਪ ਜੀ ਜਵਾਨ ਹੋਏ ਤਾਂ ਆਪ ਦੇ ਪਿਤਾ ਭਾਈ ਭਗਵਾਨ ਸਿੰਘ ਜੀ ਨੇ ਆਪ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਸ਼ਾਦੀ ਕਰਵਾ ਲਵੋ, ਤਾਂ ਆਪ ਜੀ ਨੇ ਜਵਾਬ ਦਿੱਤਾ ਕਿ ਅਸੀਂ ਸ਼ਾਦੀ ਨਹੀਂ ਕਰਵਾਉਣੀ, ਜਿਸ ਉੱਤੇ ਆਪ ਦੇ ਪਿਤਾ ਨੇ ਆਪਣੇ ਛੋਟੇ ਲੜਕੇ ਭਾਈ ਬਲਬੀਰ ਸਿੰਘ ਦੀ ਸ਼ਾਦੀ ਕਰ ਦਿੱਤੀ। ਬਾਬਾ ਅਜੀਤ ਸਿੰਘ ਜੀ ਆਪਣੇ ਭਾਈ ਦੇ ਨਾਲ ਇਕੱਠੇ ਇੱਕੋ ਮਕਾਨ ਵਿੱਚ ਨਿਵਾਸ ਕਰਦੇ ਰਹੇ। ਇਹ ਮਕਾਨ ਕੱਚਾ ਮਿੱਟੀ ਦਾ ਬਣਿਆ ਹੋਇਆ ਸੀ, ਜਿਹੜਾ ਕਿ ਗਲੀ ਤੋਂ 3-4 ਫੁੱਟ ਨੀਵਾਂ ਸੀ। ਗਲੀ ਬਹੁਤ ਉੱਚੀ ਸੀ। ਮਕਾਨ ਦੇ ਅੰਦਰ ਪੌੜੀ ਲੱਗੀ ਹੋਈ ਸੀ, ਜਿਸ ਤੋਂ ਚੜ੍ਹ ਕੇ ਉਹ ਬਾਹਰ ਆਉਂਦੇ ਸਨ। ਜਦੋਂ ਭਾਈ ਬਲਬੀਰ ਸਿੰਘ ਜੀ ਦੇ ਬੱਚੇ ਜਵਾਨ ਹੋਏ ਤਾਂ ਇਸ ਮਕਾਨ ਵਿੱਚ ਰਿਹਾਇਸ਼ ਦੀ ਬਹੁਤ ਤੰਗੀ ਹੋਣ ਲੱਗੀ, ਜਿਸ ਉੱਤੇ ਬਾਬਾ ਜੀ ਨੂੰ ਉਹਨਾਂ ਨੇ ਕਿਹਾ, ਤੁਸੀਂ ਆਪਣੇ ਲਈ ਬਾਹਰ ਹੋਰ ਕਮਰਾ ਬਣਾ ਲਵੋ। ਸੋ ਆਪਣੇ ਭਾਈ ਦਾ ਕਹਿਣਾ ਮੰਨ ਕੇ ਬਾਬਾ ਜੀ ਨੇ ਬਾਹਰ ਕੋਠਾ ਬਣਵਾ ਲਿਆ। ਉਹ ਇੱਕ ਕੱਚਾ ਕੋਠਾ ਸੀ, ਜਿਸ ਵਿੱਚ ਮਾਲ ਡੰਗਰ ਬੰਨ੍ਹਦੇ ਹੁੰਦੇ ਸਨ। ਆਪ ਉੱਥੇ ਰਹਿਣ ਲੱਗ ਪਏ। ਉਸ ਕੋਠੇ ਦੀਆਂ ਕੜੀਆਂ ਵੀ ਟੁੱਟੀਆਂ ਫੁੱਟੀਆਂ, ਉੱਤੋਂ ਘਾਸ ਤੇ ਮਿੱਟੀ ਡਿੱਗਦੀ ਸੀ। ਆਪ ਦੇ ਘਰ ਨੂੰ ਜਾਣ ਵਾਲੀ ਇੱਕ ਛੋਟੀ ਜਿਹੀ ਗਲੀ ਸੀ, ਜਿਸ ਦੇ ਵਿੱਚ ਸਾਰੇ ਪਿੰਡ ਦਾ ਗੰਦਾ ਪਾਣੀ ਆਉਂਦਾ ਸੀ। ਉੱਥੇ ਇੱਟਾਂ ਰੱਖ ਕੇ ਲੰਘਣ ਦਾ ਰਸਤਾ ਬਣਾਇਆ ਹੋਇਆ ਸੀ। ਜਿਹੜਾ ਮਾਲ ਡੰਗਰ ਵਾਲਾ ਕੋਠਾ ਸੀ, ਉਸ ਦਾ ਦਰਵਾਜ਼ਾ ਹੇਠੋਂ ਬਹੁਤ ਟੁੱਟਾ ਹੋਇਆ ਸੀ। ਬਾਬਾ ਜੀ ਦੇ ਪਾਸ ਇੱਕ ਬਹੁਤ ਪ੍ਰੇਮੀ ਸਿੱਖ ਆਇਆ ਅਤੇ ਉਸ ਨੇ ਬੇਨਤੀ ਕੀਤੀ, ਬਾਬਾ ਜੀ, ਜੇ ਆਪ ਜੀ ਮੇਰੀ ਬੇਨਤੀ ਮੰਨੋ ਤਾਂ ਮੈਂ ਕੁਝ ਕਹਾਂ। ਬਾਬਾ ਜੀ ਨੇ ਉੱਤਰ ਦਿੱਤਾ, ਭਾਈ, ਜੇ ਮੰਨਣ ਵਾਲੀ ਹੋਈ ਤਾਂ ਜ਼ਰੂਰ ਮੰਨ ਲਵਾਂਗੇ। ਉਸ ਪ੍ਰੇਮੀ ਸਿੱਖ ਨੇ ਕਿਹਾ, ਬਾਬਾ ਜੀ, ਤੁਹਾਡਾ ਕੋਠਾ ਗਿਰਿਆ ਹੈ, ਜੇ ਆਪ ਜੀ ਦਾ ਹੁਕਮ ਹੋਵੇ ਤਾਂ ਮੈਂ ਨਵਾਂ ਬਣਵਾ ਦਿਆਂ। ਬਾਬਾ ਜੀ ਨੇ ਬੜੇ ਰੰਗ ਵਿੱਚ ਆ ਕੇ ਕਿਹਾ, ਭਾਈ ਗੁਰਮੁਖਾ, ਇਹ ਜੋ ਸਰੀਰ ਹੈ, ਇਹ ਵੀ ਕੱਚਾ ਕੋਠਾ ਹੈ। ਇਸ ਦੇ ਅੰਦਰ ਆਤਮਾ ਦਾ ਨਿਵਾਸ ਹੈ। ਇਹ ਕੋਠਾ ਹਰ ਰੋਜ਼ ਡਿੱਗਦਾ ਰਹਿੰਦਾ ਹੈ, ਭਾਵ ਜਰਜਰਾ ਹੁੰਦਾ ਰਹਿੰਦਾ ਹੈ ਅਤੇ ਇੱਕ ਦਿਨ ਬਿਲਕੁਲ ਹੀ ਇਹ ਗਿਰ ਜਾਵੇਗਾ। ਉਹ ਪ੍ਰੇਮੀ ਸਰਦਾਰ ਬਾਬਾ ਜੀ ਦੇ ਬਚਨ ਸੁਣ ਕੇ ਹੈਰਾਨ ਹੋ ਗਿਆ। ਬਾਬਾ ਜੀ 75 ਸਾਲ ਤੱਕ ਇਸ ਕੱਚੇ ਕੋਠੇ ਵਿੱਚ ਹੀ ਰਹੇ। ਸੋ ਅਜਿਹੀ ਮਾਇਆ ਤੋਂ ਨਿਰਲੇਪ ਬਿਰਤੀ ਦੇ ਧਾਰਨੀ ਸਨ ਬਾਬਾ ਅਜੀਤ ਸਿੰਘ ਜੀ। ਉਹਨਾਂ ਦਾ ਜੀਵਨ ਗੁਰਸਿੱਖੀ ਦੇ ਇੱਕ ਅਜਿਹੇ ਚੌਕਟੇ ਵਿੱਚ ਢਲਿਆ ਹੋਇਆ ਸੀ, ਜਿਸ ਤੋਂ ਸਹਿਜ ਸੁਭਾਏ ਹੀ ਗੁਰਮਤਿ ਸਿਧਾਂਤ ਦੀ ਨਾਮ ਬਾਣੀ ਦੀ ਸੋਝੀ ਹਾਸਲ ਹੁੰਦੀ ਸੀ। ਬੀਬੀ ਇਕਬਾਲ ਕੌਰ BA BT, ਜੋ ਕਿ ਸਰਕਾਰੀ ਗਰਲਜ਼ ਹਾਈ ਸਕੂਲ ਕੁਰਾਲੀ ਰੋਪੜ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ,
ਉਹ ਆਪਣੇ ਜੀਵਨ ਨਾਲ ਅਤੇ ਬਾਬਾ ਅਜੀਤ ਸਿੰਘ ਜੀ ਨਾਲ ਜੁੜਿਆ ਹੋਇਆ ਇੱਕ ਪ੍ਰੇਰਨਾਮਈ ਕਿੱਸਾ ਸਾਡੇ ਨਾਲ ਸਾਂਝਾ ਕਰਦੇ ਹਨ। ਉਹ ਦੱਸਦੇ ਹਨ, ਜਦੋਂ ਮੈਂ 12ਵੀਂ ਜਮਾਤ ਵਿੱਚ ਪੜ੍ਹਦੀ ਸਾਂ, ਆਪਣੀ ਵੱਡੀ ਭੈਣ ਨਾਲ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਨੱਥਲਪੁਰ ਗਈ। ਮੇਰੀ ਵੱਡੀ ਭੈਣ ਬਾਬਾ ਜੀ ਦੀ ਬਹੁਤ ਸ਼ਰਧਾਲੂ ਸੀ ਅਤੇ ਆਪ ਵੀ ਬੜੀ ਭਜਨੀਕ ਸੀ। ਜਦੋਂ ਮੈਂ ਬਾਬਾ ਜੀ ਨੂੰ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਮੇਰੇ ਪੈਰ ਦੇ ਅੰਗੂਠੇ ਨੂੰ ਅਚਨਚੇਤ ਫੜਿਆ ਤਾਂ ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਕੋਈ ਅਲੌਕਿਕ ਖੇਡ ਵਰਤ ਗਈ ਹੋਵੇ। ਬਾਬਾ ਜੀ ਦੇ ਕਰ ਕਮਲਾਂ ਦੀ ਛੂਹ ਨੇ ਉਸੇ ਵਕਤ ਮੇਰੇ ਹਿਰਦੇ ਦੇ ਅੰਦਰ ਨਾਮ ਦੀਆਂ ਝਰਨਾਟਾਂ ਛੇੜ ਦਿੱਤੀਆਂ। ਮੇਰੇ ਮਨ ਵਿੱਚ ਅਜਿਹਾ ਪਰਿਵਰਤਨ ਆਇਆ ਕਿ ਮੈਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਭੁੱਲ ਗਈ। ਖਾਣ ਪੀਣ, ਸਾਦਾ ਕੱਪੜੇ ਪਹਿਨਣ, ਸਾਦਾ ਜੀਵਨ ਬਤੀਤ ਕਰਨ ਅਤੇ ਨਿਮਰਤਾ ਵਾਲਾ ਸੁਭਾਅ ਰੱਖਣ ਦੀ ਪਾਵਨ ਸਿੱਖਿਆ ਬਾਬਾ ਜੀ ਨੇ ਮੈਨੂੰ ਦਿੱਤੀ। ਮੇਰੇ ਮਨ ਉੱਤੇ ਬਾਬਾ ਜੀ ਦੇ ਇਸ ਉਪਦੇਸ਼ ਦਾ ਇੰਨਾ ਪ੍ਰਭਾਵ ਪਿਆ ਕਿ ਮੈਂ ਆਪਣੀ ਮਾਤਾ ਜੀ ਦੀ ਇੱਛਾ ਦੇ ਉਲਟ ਸਾਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਅਤੇ ਮੈਨੂੰ ਰੇਸ਼ਮੀ ਕੱਪੜਿਆਂ ਤੋਂ ਨਫ਼ਰਤ ਹੋ ਗਈ। ਸੰਤਾਂ ਦੀ ਸੰਗਤ ਕਾਰਨ ਮੇਰੇ ਵਿਚਾਰ ਬਦਲਦੇ ਗਏ ਅਤੇ ਮੈਂ ਆਪਣੇ ਮਨ ਵਿੱਚ ਵਿਆਹ ਨਾ ਕਰਵਾਉਣ ਦਾ ਵਿਚਾਰ ਬਣਾ ਲਿਆ। ਇੱਕ ਦਿਨ ਮੈਂ ਇਕੱਲੀ ਪਾਠ ਕਰ ਰਹੀ ਸਾਂ ਤਾਂ ਮਨ ਵਿੱਚ ਅਜਿਹਾ ਵੇਗ ਉੱਠਿਆ ਕਿ ਮੈਂ ਤੁਰੰਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਘੁੰਮ ਕੇ 4 ਫੇਰੇ ਲੈ ਲਏ ਅਤੇ ਗੁਰਦੇਵ ਜੀ ਨੂੰ ਆਪਣਾ ਸੱਚਾ ਪਤੀ ਮੰਨ ਲਿਆ। ਇਸ ਬਾਰੇ ਮੈਂ ਨਾ ਆਪਣੇ ਮਾਤਾ ਜੀ ਨੂੰ ਅਤੇ ਨਾ ਹੀ ਘਰ ਦੇ ਕਿਸੇ ਹੋਰ ਮੈਂਬਰ ਨੂੰ ਕੁਝ ਦੱਸਿਆ। ਘਰ ਵਾਲੇ ਬਿਨਾਂ ਮੈਥੋਂ ਪੁੱਛੇ ਸ਼ਾਦੀ ਕਰਾਉਣ ਲਈ ਸਤਿਕਾਰਯੋਗ ਬਾਬਾ ਜੀ ਪਾਸ ਕਈ ਚੱਕਰ ਲਾਉਂਦੇ ਰਹੇ, ਪਰੰਤੂ ਬਾਬਾ ਜੀ ਨੇ ਆਗਿਆ ਨਾ ਦਿੱਤੀ। ਆਖਰ ਘਰ ਵਾਲੇ ਚੁੱਪ ਕਰਕੇ ਬੈਠ ਗਏ ਅਤੇ ਮੈਂ ਸਾਰੀ ਉਮਰ ਸ਼ਾਦੀ ਨਹੀਂ ਕਰਵਾਈ। ਬਾਬਾ ਜੀ ਦੀ ਸੰਗਤ ਕਰਦਿਆਂ ਉਹਨਾਂ ਦੀ ਚਰਨ ਧੂੜੀ ਦਾ ਆਨੰਦ ਮਾਣਦੀ ਰਹੀ। ਇੱਕ ਦਿਨ ਦੀ ਗੱਲ ਹੈ ਕਿ ਮੈਂ ਆਪਣੀ ਨਾਨੀ ਜੀ ਦੇ ਨਾਲ ਬਾਬਾ ਜੀ ਪਾਸ ਜਾਣ ਲਈ ਚੱਲ ਪਈ। ਅੱਗੇ ਜਾ ਕੇ ਅਸੀਂ ਦੋਵੇਂ ਬਾਬਾ ਜੀ ਦੇ ਪਿੰਡ ਦਾ ਰਸਤਾ ਭੁੱਲ ਗਈਆਂ। ਸਾਨੂੰ ਇਹਨਾਂ ਭੁੱਲ ਭੁਲੱਈਆਂ ਵਿੱਚ ਸ਼ਾਮ ਦੇ 4 ਵੱਜ ਗਏ। ਅਸੀਂ ਬਹੁਤ ਦੁਖੀ ਹੋ ਕੇ ਬਾਬਾ ਜੀ ਨੂੰ ਯਾਦ ਕੀਤਾ ਤਾਂ ਸਾਨੂੰ ਇਵੇਂ ਲੱਗਾ ਜਿਵੇਂ ਬਾਬਾ ਜੀ ਸਾਡੇ ਸਾਹਮਣੇ ਆ ਗਏ ਹੋਣ ਅਤੇ ਉਹ ਅੱਗੇ ਅੱਗੇ ਅਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਚਲਦੀਆਂ ਗਈਆਂ। ਜਦੋਂ ਨੱਥਲਪੁਰ ਦੇ ਨੇੜੇ ਪੁੱਜੀਆਂ ਤਾਂ ਬਾਬਾ ਜੀ ਦਾ ਪਰਛਾਵਾਂ ਅਲੋਪ ਹੋ ਗਿਆ ਅਤੇ ਉਦੋਂ ਸਾਡੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ। ਜਦੋਂ ਅਸੀਂ ਬਾਬਾ ਜੀ ਦੇ ਘਰ ਪੁੱਜੀਆਂ ਤਾਂ ਆਪ ਮੰਜੇ 'ਤੇ ਵਿਰਾਜਮਾਨ ਸਨ ਅਤੇ ਆਸ-ਪਾਸ ਦੀਆਂ ਸੰਗਤਾਂ ਸਜੀਆਂ ਹੋਈਆਂ ਸਨ। ਮਹਾਂਪੁਰਸ਼ਾਂ ਦੇ ਬਚਨਾਂ ਦੇ ਵਿਰੁੱਧ ਚੱਲਣਾ ਵੀ ਕਈ ਵਾਰੀ ਜੀਵਨ ਵਿੱਚ ਬੜਾ ਦੁਖਦਾਈ ਬਣ ਜਾਂਦਾ ਹੈ। ਮੈਨੂੰ ਬਾਬਾ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਬੱਚੀ, ਆਪਣੇ ਘਰ ਬੈਠ ਕੇ ਹੀ ਨਾਮ ਜਪਣਾ ਹੈ। ਬਾਹਰ ਕਿਸੇ ਦੂਜੇ ਦੇ ਘਰ ਜਾਂ ਗੁਰਦੁਆਰਿਆਂ ਵਿੱਚ ਆਮ ਪਾਠੀਆਂ ਦੀ ਤਰ੍ਹਾਂ ਪਾਠ ਕਰਨ ਲਈ ਨਹੀਂ ਜਾਣਾ। ਪਰ ਮੇਰੇ ਮਨ ਵਿੱਚ ਇੱਕ ਵਾਰ ਇਹ ਭਾਵਨਾ ਪੈਦਾ ਹੋ ਗਈ ਕਿ ਪਰਉਪਕਾਰ ਅਤੇ ਧਰਮ ਪ੍ਰਚਾਰ ਦੀ ਸੇਵਾ ਹਿੱਤ ਮੈਂ ਬਾਹਰ ਜਾਵਾਂ। ਪਰ ਰੱਬ ਦੀ ਕਰਨੀ ਐਸੀ ਹੋਈ ਕਿ ਐਕਸੀਡੈਂਟ ਨਾਲ ਮੇਰੀ ਇੱਕ ਲੱਤ ਹੀ ਟੁੱਟ ਗਈ। ਇਸ ਵੇਲੇ ਮੈਂ ਫੋੜੀਆਂ ਅਤੇ ਸੋਟੀ ਦਾ ਸਹਾਰਾ ਲੈ ਕੇ ਹੌਲੀ ਹੌਲੀ ਤੁਰਦੀ ਹਾਂ। ਇਸ ਤਰ੍ਹਾਂ ਵਾਹਿਗੁਰੂ ਜੀ ਨੇ ਮੈਨੂੰ ਆਪ ਹੀ ਬਾਹਰ ਜਾਣ ਤੋਂ ਰੋਕ ਦਿੱਤਾ ਹੈ। ਫਿਰ ਵੀ ਮੈਂ ਬਾਬਾ ਜੀ ਨੂੰ ਹਰ ਵੇਲੇ ਯਾਦ ਕਰਦੀ ਰਹਿੰਦੀ ਹਾਂ, ਕਿਉਂਕਿ ਉਹਨਾਂ ਨੇ ਮੈਨੂੰ ਦਿਲ ਖੋਲ੍ਹ ਕੇ ਨਾਮ ਸਿਮਰਨ ਵਾਲੇ ਪਾਸੇ ਲਾਇਆ ਹੈ। ਇਹ ਜੋ ਕੁਝ ਵੀ ਹੋਇਆ ਪ੍ਰਭੂ ਦੇ ਭਾਣੇ ਵਿੱਚ ਹੋਇਆ। ਜੇਕਰ ਭਾਗਾਂ ਦੇ ਨਾਲ ਗੁਰਮੁਖ ਪਿਆਰਿਆਂ ਦੀ ਸੰਗਤ ਹੋ ਜਾਵੇ, ਭਾਗ ਹੋਆ ਗੁਰ ਸੰਤ ਮਿਲਾਇਆ,
ਪ੍ਰਭ ਅਬਿਨਾਸੀ ਘਰ ਮਹਿ ਪਾਇਆ ਦੇ ਮਹਾਵਾਕਾਂ ਦੀ ਸੋਝੀ ਹੋ ਜਾਂਦੀ ਹੈ। ਸਾਨੂੰ ਅੰਤਰਾਤਮੇ ਅਜਿਹੀ ਠੰਡ ਪੈ ਜਾਂਦੀ ਹੈ ਜਿਸ ਤਰ੍ਹਾਂ ਸਾਨੂੰ ਸਭ ਕੁਝ ਪ੍ਰਾਪਤ ਹੋ ਗਿਆ ਹੋਵੇ। ਮਨ ਜੋਤ ਸਰੂਪ ਬਣ ਕੇ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ। ਸੰਤ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ। ਕਿੰਨੀ ਨਿਮਰਤਾ ਤੇ ਸਾਦਗੀ ਵਾਲਾ ਜੀਵਨ ਸੀ। ਉਹਨਾਂ ਦੇ ਬਚਨਾਂ ਦੇ ਵਿੱਚ ਕਿੰਨੀ ਮਿਠਾਸ ਸੀ। ਅਜਿਹੇ ਗੁਰਮੁਖ ਪਿਆਰੇ ਭਾਵੇਂ ਵਿਰਲੇ ਹੁੰਦੇ ਹਨ, ਪਰ ਉਹਨਾਂ ਦੀ ਛੂਹ ਦੇ ਨਾਲ ਅਨੇਕਾਂ ਪ੍ਰਾਣੀ ਇਸ ਭਵਜਲ ਸੰਸਾਰ ਤੋਂ ਤਰ ਜਾਂਦੇ ਹਨ। ਤਿਨ ਕੀ ਬਰਕਤ ਖਾਹੇ ਅਸੰਖ ਕਰੋੜੀ। ਅਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਧਰਮ ਕੀ ਪੌੜੀ ਕਿਹਾ ਗਿਆ ਹੈ। ਸੋ ਅਜਿਹੀ ਪੌੜੀ ਦੇ ਲਈ ਅਸੀਂ ਅਰਦਾਸ ਕਰੀਏ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਅਤੇ ਇਸ ਪ੍ਰਸੰਗ ਤੋਂ ਇੱਕ ਵੱਡੀ ਸਿੱਖਿਆ ਇਹ ਵੀ ਮਿਲਦੀ ਹੈ ਕਿ ਸੰਤਾਂ ਦਾ ਬਚਨ ਕਮਾਉਣਾ ਕਿੰਨਾ ਵੱਡਾ ਹੁੰਦਾ ਹੈ, ਕਿੰਨਾ ਜ਼ਰੂਰੀ ਹੁੰਦਾ ਹੈ। ਬੀਬੀ ਇਕਬਾਲ ਕੌਰ ਜੀ ਦੇ ਮਨ ਦੀ ਭਾਵਨਾ ਭਾਵੇਂ ਸੱਚੀ ਸੀ ਕਿ ਉਹਨਾਂ ਨੇ ਪਰਉਪਕਾਰ ਦੇ ਹਿੱਤ ਇਹ ਯਤਨ ਆਰੰਭ ਕਰਨਾ ਸੀ, ਪਰ ਦੂਸਰੇ ਪਾਸੇ ਮਹਾਂਪੁਰਸ਼ਾਂ ਦਾ ਬਚਨ ਕਿ ਘਰ ਬੈਠੇ ਹੀ ਤੁਸੀਂ ਨਾਮ ਜਪਣਾ ਹੈ, ਇਹ ਘਾਲ ਕਰਨੀ ਹੈ। ਜਦੋਂ ਉਹਨਾਂ ਨੇ ਨਹੀਂ ਮੰਨਿਆ ਤਾਂ ਉਹਨਾਂ ਨੂੰ ਸੇਧ ਦੇਣ ਦੇ ਲਈ, ਉਹਨਾਂ ਨੂੰ ਉਸ ਬਚਨ ਦੀ ਮਹਾਨਤਾ ਦ੍ਰਿੜਾਉਣ ਦੇ ਲਈ ਉਹਨਾਂ ਦੀ ਲੱਤ ਹੀ ਟੁੱਟ ਗਈ। ਧੰਨ ਹਨ ਬੀਬੀ ਇਕਬਾਲ ਕੌਰ ਜੀ, ਜਿਨ੍ਹਾਂ ਨੇ ਇਸ ਗੱਲ ਨਾਲ ਕੋਈ ਰੋਸਾ ਨਾ ਕਰਕੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਮੰਨਿਆ ਅਤੇ ਅੰਤਰਾਤਮੇ ਪ੍ਰਤੀਤ ਕੀਤਾ ਕਿ ਮੇਰੇ ਤੋਂ ਬਚਨ ਨਾ ਮੰਨਣ ਵਾਲੀ ਸਹਿਜੇ ਹੀ ਇਹ ਭੁੱਲ ਹੋਈ ਹੈ। ਜਦੋਂ ਕੋਈ ਜਗਿਆਸੂ ਅਜਿਹੇ ਹੁਕਮ ਨੂੰ, ਬਾਣੀ ਨੂੰ, ਰਜ਼ਾ ਨੂੰ ਆਪਣੇ ਮਸਤਕ ਦਾ ਭਾਗ ਬਣਾ ਲੈਂਦਾ ਹੈ ਤਾਂ ਫਿਰ ਹੁਕਮ ਮੰਨਿਆ ਹੋਵੇ ਪ੍ਰਵਾਨ, ਭਾਵ ਪ੍ਰਵਾਨਤਾ ਦਾ ਦਰਜਾ ਹਾਸਲ ਹੋ ਜਾਂਦਾ ਹੈ। ਸੋ ਗੁਰੂ ਰੂਪੀ ਸਾਧ ਸੰਗਤ ਜੀਓ, ਆਪਾਂ ਵੀ ਅਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਕਰੀਏ, ਉਹਨਾਂ ਦੇ ਵਿੱਚੋਂ ਨਾਮੀ ਗੁਣਾਂ ਨੂੰ ਹਾਸਲ ਕਰੀਏ ਅਤੇ ਗੁਰਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਤਾਂ ਜੋ ਗੁਰਬਾਣੀ ਦੇ ਨਾਲ ਸਾਡਾ ਹੋਰ ਪ੍ਰੇਮ ਹੋ ਸਕੇ, ਹੋਰ ਪ੍ਰੀਤ ਹੋ ਸਕੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਮਨਾਂ ਦੇ ਅੰਦਰ ਨਾਮ ਦੀ ਕਣੀ ਬਖਸ਼ ਦੇਣ, ਆਪਣੀ ਪ੍ਰੀਤ ਬਖਸ਼ ਦੇਣ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਧ ਸੰਗਤ ਜੀਓ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।